ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1364 ਤੋਂ ਭਗਤ ਕਬੀਰ ਜੀ ਦੇ ਸ਼ਲੋਕ ਆਰੰਭ ਹੁੰਦੇ ਹਨ ਤੇ 1377 ਅੰਗ ਤੱਕ 243 ਸ਼ਲੋਕ ਹਨ। ਸਾਧ ਸੰਗਤ ਜੀ, 1364 ਅੰਗ ਤੇ ਵਿਚਾਰ ਕੀਤੀ। ਅੱਜ 1365 ਅੰਗ ਤੇ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਚੰਦਨ ਕਾ ਬਿਰਵਾ ਭਲਾ, बेड़ियो टाक पलास। ओए भी चंदन होए रहे, बसे जो चंदन पास। कबीर जी कहते हैं, चंदन दा वृक्ष चंगा है, जेड़ा छिछरिया नाल वलेटिया होया हुंदा है, ਉਹ ਵੀ ਸੁਗੰਧੀ ਨਾਲ ਚੰਦਨ ਰੂਪ ਹੀ ਹੋ ਜਾਂਦਾ ਹੈ, ਜਿਹੜਾ ਚੰਦਨ ਦੇ ਪਾਸ ਵਸਦਾ ਹੈ। ਕਬੀਰ ਬਾਂਸ ਵਡਾਈ ਬੂਢਿਆਂ, ਇਉਂ ਮਤ ਡੂਬੋ ਕੋਈ, ਚੰਦਨ ਕੈ ਨਿਕਟੈ ਵਸੈ, ਬਾਂਸ ਸੁਗੰਧ ਨਾ ਹੋਈ। ਕਬੀਰ ਜੀ ਕਹਿੰਦੇ ਹਨ, ਬਾਂਸ ਆਪਣੀ ਵਡਿਆਈ, ਲੰਬਾ ਉੱਚਾ ਹੋਣ ਵਿੱਚ ਹੀ ਡੂਬ ਰਹਿ ਗਿਆ ਹੈ, ਜਿਸ ਕਰਕੇ ਭਾਵੇਂ ਉਹ ਵੀ ਚੰਦਨ ਦੇ ਪਾਸ ਹੀ ਵਸਦਾ ਹੈ, ਪਰ ਉਸ ਵਿੱਚ ਸੁਗੰਧ ਨਹੀਂ ਹੁੰਦੀ। ਕਬੀਰ ਜੀ ਵਾਂਸ ਵਿੱਚ ਹਉਮੈ ਦਾ ਅਤੇ ਢਾਕ ਪਲਾਸ ਵਿੱਚ ਨਿਮਰਤਾ ਦਾ ਸੰਕੇਤ ਦਿੰਦੇ ਹਨ। ਕਬੀਰ ਦੀਨ ਗਵਾਇਆ ਦੁਨੀ ਸੋ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਕਬੀਰ ਜੀ ਕਹਿੰਦੇ, ਦੁਨੀਆ ਨੇ ਮਾਇਆ ਦੇ ਰਸਾ ਕਸਾਂ ਨਾਲ ਲੱਗ ਕੇ ਆਪਣਾ ਧਰਮ ਵੀ ਗਵਾ ਲਿਆ, ਪਰੰਤੂ ਦੁਨੀਆ ਫੇਰ ਵੀ ਨਾਲ ਨਾ ਚੱਲੀ। ਗਾਫਲ ਭੁੱਲੜ ਨੇ ਆਪਣੇ ਹੱਥੀਂ ਹੀ ਪੈਰਾਂ ਤੇ ਕੁਹਾੜਾ ਮਾਰ ਲਿਆ, ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਸੰਸਾਰ ਦੇ ਧੰਦਿਆਂ ਵਿੱਚ ਜਨਮ ਬਤੀਤ ਕਰ ਦਿੱਤਾ। ਕਬੀਰ ਜਹ ਜਹ ਹੋ ਫਿਰਿਓ, ਕਉਤਕ ਠਾਉ ਠਾਈ, ਇਕ ਰਾਮ ਸਨੇਹੀ ਬਾਹਰਾ, ਊਜਰ ਮੇਰੇ ਭਾਈ। ਕਬੀਰ ਜੀ ਕਹਿੰਦੇ ਹਨ, ਜਿੱਥੇ ਜਿੱਥੇ ਮੈਂ ਫਿਰਿਆ ਹਾਂ, ਉੱਥੇ ਉੱਥੇ ਹੀ ਥਾਂ ਥਾਂ ਤੇ ਤਮਾਸ਼ੇ ਹੀ ਵੇਖੇ ਹਨ, ਪਰ ਇੱਕ ਰਾਮ ਦੇ ਪ੍ਰੇਮੀ ਤੋਂ ਬਿਨਾਂ ਮੇਰੇ ਭਾਣੇ ਉਹ ਥਾਂ ਸਭ ਉਜਾੜ ਹਨ, ਜਿੱਥੇ ਰਾਮ ਦਾ ਭਗਤੀ ਭਾਵ ਨਾਲ ਪ੍ਰੇਮੀ ਨਹੀਂ ਹੈ। ਕਬੀਰ ਸੰਤਨ ਕੀ ਚੁਗੀਆਂ, ਭੱਲੀ ਭੱਠ ਕੁਸ਼ਤੀ ਗਾਓ, ਆਗ ਲਾਗਿਓ ਤਹ ਧੌਲਰ, ਜਹ ਨਹੀਂ ਹਰ ਕੋ ਨਾਉ। ਕਬੀਰ ਜੀ ਦਾ ਕਥਨ ਹੈ ਕਿ ਸੰਤਾਂ ਦੀ ਝੁੱਗੀ ਚੰਗੀ ਹੈ ਤੇ ਬੁਰੇ ਪੁਰਸ਼ ਦਾ ਪਿੰਡ ਵੀ ਭੱਠੀ ਸਮਾਨ ਹੈ। ਫਿਰ ਕਹਿੰਦੇ ਹਨ ਕਿ ਉਸ ਰਾਜ ਮਹਿਲ ਨੂੰ ਅੱਗ ਲੱਗ ਜਾਵੇ ਜਿਸ ਵਿੱਚ ਪਰਮਾਤਮਾ ਦਾ ਨਾਮ ਨਹੀਂ ਲਿਆ ਜਾਂਦਾ। ਕਬੀਰ
संत मुए क्या रोइए, जो अपने ग्रह जाए। रो साकत बापुरे, जे हाटै हाट बिकाए। ਕਬੀਰ ਜੀ ਕਹਿੰਦੇ ਹਨ, ਸੰਤ ਭਲੇ ਪੁਰਸ਼ ਦੇ ਮਰਨ ਤੇ ਕਿਉਂ ਰੋਈਏ, ਜਿਹੜਾ ਆਪਣੇ ਘਰ ਜਾਂਦਾ ਹੈ। ਹਾਂ, ਉਸ ਬੁਰੇ ਪੁਰਸ਼ ਵਿਚਾਰੇ ਨੂੰ ਰੋਣਾ ਕਰੋ, ਜਿਹੜਾ ਹੱਟੀ ਹੱਟੀ ਵਿਕਦਾ ਬੇਕਦਰਾ ਹੋਇਆ ਜੂਨਾਂ ਵਿੱਚ ਭਟਕਦਾ ਫਿਰਦਾ ਹੈ। ਕਬੀਰ ਸਾਕਤ ਐਸਾ ਹੈ, ਜੈਸੀ ਲਸਨ ਕੀ ਖਾਨ। ਕੋਨੇ ਬੈਠੇ ਖਾਈਐ, ਪ੍ਰਗਟ ਹੋਏ ਨਿਦਾਨ। ਕਬੀਰ ਜੀ ਕਹਿੰਦੇ ਹਨ, ਖੋਟਾ ਪੁਰਸ਼ ਐਸਾ ਹੈ, ਜਿਸ ਤਰ੍ਹਾਂ ਕਿ ਥੋਮ ਦੀ ਖਾਨ ਭੰਡਾਰ, ਜਿਸ ਨੂੰ ਭਾਵੇਂ ਨੁੱਕੜ ਵਿੱਚ ਬੈਠ ਕੇ ਖਾਈਏ, ਅੰਤ ਨੂੰ ਉਸਦੀ ਬੂ ਪ੍ਰਗਟ ਹੋ ਹੀ ਜਾਂਦੀ ਹੈ। ਕਬੀਰ ਮਾਇਆ ਡੋਲਨੀ, ਪਵਨ ਝਕੋਲਨ ਹਾਰ। ਸੰਤੋ ਮਾਖਨ ਖਾਇਆ, ਛਾਛ ਪੀਐ ਸੰਸਾਰ। ਕਬੀਰ ਜੀ ਕਹਿੰਦੇ ਹਨ, ਮਾਇਆ ਮੱਟੀ ਹੈ ਦੁੱਧ ਰਿੜਕਣ ਵਾਲੀ, ਅਤੇ ਹਵਾ ਉਸ ਨੂੰ ਰਿੜਕਣ ਵਾਲੀ ਹੈ। ਉਸ ਦਾ ਮੱਖਣ ਸ਼ੁਭ ਗੁਣ ਸੰਤਾਂ ਨੇ ਖਾਧਾ ਹੈ, ਅਤੇ ਸੰਸਾਰ ਉਸ ਦੀ ਲੱਸੀ ਮੰਦ ਵਾਸਨਾਵਾਂ ਰੂਪ ਪੀਂਦਾ ਹੈ। ਕਬੀਰ ਮਾਇਆ ਡੋਲਨੀ, ਪਵਨ ਵਹਿ ਹਿਵ ਤਾਰ। ਜਿਨ ਬਿਲੋਇਆ ਤਿਨ ਖਾਇਆ, ਅਵਰ ਬਿਲੋਵਨ ਹਾਰ। ਕਬੀਰ ਜੀ ਕਹਿੰਦੇ ਹਨ, ਮਾਇਆ ਦੁਨੀਆ ਇੱਕ ਮੱਟੀ ਹੈ, ਅਤੇ ਪੌਣ ਸਵਾਸ ਰੂਪ ਬਰਫ਼ ਵਾਂਗੂ ਠੰਡੀ ਵਗ ਰਹੀ ਹੈ। ਜਿਸ ਨੇ ਰਿੜਕਿਆ, ਸਵਾਸ ਸਵਾਸ ਨਾਮ ਜਪਿਆ, ਉਸ ਨੇ ਨਾਮ ਰੂਪ ਮੱਖਣ ਖਾਧਾ, ਅਤੇ ਹੋਰ ਸਾਰੇ ਰਿੜਕਣ ਵਾਲੇ ਰਿੜਕਦੇ ਹੀ ਰਹਿ ਗਏ। ਕਬੀਰ ਮਾਇਆ ਚੋਰਟੀ, ਮੁਸ ਮੁਸ ਲਾਵੈ ਹਾਟ। ਏਕ ਕਬੀਰਾ ਨਾਮੁਸੈ, ਜਿਨ ਕੀਨੀ ਬਾਰੈ ਬਾਟ। ਕਬੀਰ ਜੀ ਦਾ ਕਥਨ ਹੈ ਕਿ ਮਾਇਆ ਠਗਨੀ ਠੱਗ ਠੱਗ ਕੇ ਲੁੱਟ ਕੇ ਵਿਕਾਰਾ ਰੂਪ ਹੱਟੀਆਂ ਲਾਉਂਦੀ ਹੈ। ਤਰ੍ਹਾਂ ਤਰ੍ਹਾਂ ਦੇ ਰੂਪਾਂ ਵਿੱਚ ਪੁਰਸ਼ ਨੂੰ ਭਟਕਾਉਂਦੀ ਹੈ, ਪਰ ਇੱਕ ਕਬੀਰ ਨਹੀਂ ਠੱਗਿਆ ਜਾਂਦਾ, ਜਿਸ ਨੇ 12 ਟੋਟੇ ਕਰ ਦਿੱਤੇ ਹੈ, ਭਾਉ ਨਸ਼ਟ ਕਰ ਦਿੱਤੀ ਹੈ, ਤੇ ਇਸ ਦਾ ਕੋਈ ਰੂਪ ਵੀ ਸਵੀਕਾਰ ਨਹੀਂ ਕੀਤਾ। ਕਬੀਰ ਸੁਖ ਨਾ ਇਹ ਜੁਗ ਕਰੇ, ਜੋ ਬਹੁਤੈ ਮੀਤ। ਜੋ ਚਿਤ ਰਾਖੇ ਏਕ ਸੋ, ਤੇ ਸੁਖ ਪਾਵੇ ਨੀਤ। ਕਬੀਰ ਜੀ ਕਹਿੰਦੇ ਹਨ, ਇਸ ਯੁੱਗ ਵਿੱਚ ਸੁਖ ਨਹੀਂ ਹੈ। ਤੂੰ ਜੋ ਬਹੁਤੇ ਮਿੱਤਰ ਮਾਇਕ ਪਦਾਰਥਾਂ ਦਾ ਪਿਆਰ ਕਰ ਰਿਹਾ ਹੈ, ਜੇ ਤੂੰ ਇੱਕ ਪਰਮਾਤਮਾ ਨਾਲ ਮਨ ਨੂੰ ਲਾ ਰੱਖੇ, ਤਾਂ ਤੂੰ ਸਦਾ ਹੀ ਸੁਖ ਪਾਵੇਂ। ਕਬੀਰ ਜਿਸ ਮਰਣੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਣੇ ਹੀ ਤੇ ਪਾਈਐ, ਪੂਰਨ ਪਰਮਾਨੰਦ।
ਕਬੀਰ ਜੀ ਕਹਿੰਦੇ ਹਨ, ਜਿਸ ਮਰਨ ਤੋਂ ਸੰਸਾਰੀ ਲੋਕ ਡਰਦੇ ਹਨ, ਉਸ ਤੋਂ ਮੇਰੇ ਮਨ ਨੂੰ ਖੁਸ਼ੀ ਹੈ, ਕਿਉਂਕਿ ਮਰਨ ਕਰਕੇ ਹੀ ਪੂਰਨ ਪਰਮਾਨੰਦ ਨੂੰ ਪਾਈਦਾ ਹੈ। ਰਾਮ ਪਦਾਰਥ ਪਾਏ ਕੈ ਕਬੀਰਾ ਗਾਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਹੇ ਕਬੀਰ, ਰਾਮ ਨਾਮ ਵਸਤੂ ਨੂੰ ਪ੍ਰਾਪਤ ਕਰਕੇ ਉਸ ਦੀ ਗੰਢ ਨਾ ਖੋਲ, ਭਾਉ ਹਿਰਦੇ ਵਿੱਚ ਹੀ ਟਿਕਾਇਆ ਰਹਿਣ ਦੇ, ਕਿਉਂਕਿ ਇੱਥੇ ਨਾ ਸਹਿਰ ਹੈ, ਨਾ ਹੀ ਕੋਈ ਇਸ ਵਸਤੂ ਨੂੰ ਪਰਖਣ ਵਾਲਾ ਹੈ, ਨਾ ਹੀ ਇਸ ਦਾ ਕੋਈ ਖਰੀਦਦਾਰ ਹੈ ਅਤੇ ਨਾ ਹੀ ਕੋਈ ਇਸ ਦਾ ਮੁੱਲ ਹੈ। ਇਹ ਅਮੁੱਲ ਵਸਤੂ ਹੈ, ਇਸ ਦਾ ਗਾਹਕ ਕੋਈ ਆਤਮ ਗਿਆਨੀ ਹੀ ਹੋ ਸਕਦਾ ਹੈ। ਕਬੀਰ ਤਾਂ ਸੋ ਪ੍ਰੀਤ ਕਰ, ਜਾ ਕੋ ਠਾਕੁਰ ਰਾਮ, ਪੰਡਤ ਰਾਜੇ ਭੂਪਤੀ, ਆਵੇ ਕਉ ਨੇ ਕਾਮ। ਏ ਕਬੀਰ, ਤੂੰ ਉਸ ਨਾਲ ਪ੍ਰੇਮ ਕਰ ਜਿਸ ਦਾ ਮਾਲਕ ਇੱਕ ਰਾਮ ਹੈ, ਕਿਉਂਕਿ ਪੰਡਤ ਰਾਜੇ ਅਤੇ ਵੱਡੇ ਪ੍ਰਿਥਵੀਪਤੀ ਕਿਸੇ ਕੰਮ ਨਹੀਂ ਆਉਂਦੇ। ਅੰਤ ਨੂੰ ਕੇਵਲ ਇੱਕ ਰਾਮ ਹੀ ਸਹਾਈ ਹੁੰਦਾ ਹੈ। ਕਬੀਰ ਪ੍ਰੀਤ ਏਕ ਸੋ ਕੀਏ, ਆਨ ਦੁਵਿਧਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰੇ ਮੁੰਡਾਏ। ਕਬੀਰ ਜੀ ਕਹਿੰਦੇ ਹਨ, ਇੱਕ ਪਰਮਾਤਮਾ ਨਾਲ ਪ੍ਰੇਮ ਕਰਨ ਨਾਲ ਮਨ ਦੀ ਹੋਰ ਡਾਵਾਂ ਡੋਲਤਾ ਚਲੀ ਜਾਂਦੀ ਹੈ। ਪਰਮਾਤਮਾ ਨਾਲ ਪ੍ਰੇਮ ਤੋਂ ਬਿਨਾਂ ਸਿਰ ਉੱਤੇ ਭਾਵੇਂ ਲੰਬੇ ਕੇਸ ਕਰਕੇ ਜਟਾ ਰੱਖ ਲੈ ਅਤੇ ਭਾਵੇਂ ਸਿਰ ਨੂੰ ਘੋਣ ਮੋਨ ਕਰਕੇ ਟਿੰਡ ਕਰ ਲੈ, ਮਨ ਦੀ ਦੁਚਿੱਤੀ ਦੂਰ ਨਹੀਂ ਹੋਵੇਗੀ। ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੀ, ਹੋ ਬਲਿਹਾਰੀ ਤਿਨ ਕੋ, ਪੈਸ ਜੋ ਨਿਕਸ ਚਾਹੇ। ਹੇ ਕਬੀਰ, ਇਹ ਜਗਤ ਕਾਜਲ ਕਾਲੇ ਸੁਰਮੇ ਦੀ ਕੋਠੜੀ ਸਮਾਨ ਹੈ। ਇਸ ਵਿੱਚ ਅੰਨੇ ਅਗਿਆਨੀ ਪੈਂਦੇ ਹਨ। ਮੈਂ ਉਹਨਾਂ ਤੋਂ ਬਲਿਹਾਰੇ ਜਾਨਾ ਹਾਂ, ਜਿਹੜੇ ਇਸ ਵਿੱਚ ਪੈ ਕੇ ਫਿਰ ਕਾਲਖ ਲੱਗਣ ਤੋਂ ਬਿਨਾਂ ਨਿਕਲ ਜਾਂਦੇ ਹਨ। ਭਾਉ ਸੰਸਾਰਕ ਪਦਾਰਥਾਂ ਦੀ ਮੋਹ ਮਾਇਆ ਦੇ ਕੱਜਲ ਵਿੱਚੋਂ ਜਿਹੜੇ ਨਿਰਲੇਪ ਰਹਿ ਕੇ ਕਾਲੇ ਹੋਣ ਤੋਂ ਬਚ ਕੇ ਨਿਕਲ ਆਉਂਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ। ਕਬੀਰ ਇਹੋ ਤਨ ਜਾਏਗਾ, ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਉ ਤੇ ਗਏ, ਜਿਨ ਕੇ ਲਾਖ ਕਰੋੜ। ਹੇ ਕਬੀਰ, ਇਹ ਸਰੀਰ ਚਲਿਆ ਜਾਏਗਾ, ਰਹੇਗਾ ਨਹੀਂ। ਜੇਕਰ ਤੂੰ ਇਸ ਨੂੰ ਜਾਣ ਤੋਂ ਮੋੜ ਰੱਖ ਸਕਦਾ ਹੈ ਤਾਂ ਰੱਖ ਲੈ, ਕਿਉਂਕਿ ਜਿਨ੍ਹਾਂ ਦੇ ਪਾਸ ਲੱਖਾਂ ਕਰੋੜਾਂ ਸਨ, ਉਹ ਵੀ ਅੰਤ ਨੂੰ ਇੱਥੋਂ ਨੰਗੇ ਪੈਰੀ ਹੀ ਗਏ ਹਨ। ਕਬੀਰ ਇਹ ਤਨ ਜਾਏਗਾ, ਕਉਨੈ ਮਾਰਗ ਲਾਏ, ਕੈ ਸੰਗਤ ਕਰ ਸਾਧ ਕੀ, ਕੈ ਹਰ ਕੇ ਗੁਣ ਗਾਏ।
ਹੇ ਕਬੀਰ, ਇਹ ਸਰੀਰ ਚਲਿਆ ਜਾਏਗਾ, ਇਸ ਨੂੰ ਕਿਸੇ ਚੰਗੇ ਰਸਤੇ ਤੇ ਲਾ ਕੇ ਜਾਂ ਸਾਧੂ ਦੀ ਸੰਗਤ ਕਰ ਅਤੇ ਜਾਂ ਫਿਰ ਹਰੀ ਦੇ ਗੁਣ ਗਾਇਆ ਕਰ। ਕਬੀਰ, ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ, ਐਸੇ ਮਰਨੇ ਜੋ ਮਰੈ, ਬਹੁਰ ਨਾ ਮਰਨਾ ਹੋਈ। ਕਬੀਰ ਜੀ ਕਹਿੰਦੇ ਹਨ, ਜਗਤ ਦੇ ਜੀਵ ਮਰਦੇ ਮਰਦੇ ਸਾਰੇ ਹੀ ਮਰ ਗਏ ਹਨ, ਪਰ ਅਸਲ ਜੀਵਤ ਭਾਵ ਤੋਂ ਮਰਨਾ ਕਿਸੇ ਨੇ ਨਹੀਂ ਜਾਣਿਆ। ਜੀਵਤ ਭਾਵ ਦੇ ਮਰਨੇ ਕਰਕੇ ਜੋ ਮਰਦੇ ਹਨ, ਉਹਨਾਂ ਦਾ ਫਿਰ ਮਰਨਾ ਨਹੀਂ ਹੁੰਦਾ। ਅੱਜ ਸਾਧ ਸੰਗਤ ਜੀ 1365 ਅੰਗ ਤੇ ਵਿਚਾਰ ਹੋਈ ਹੈ। ਕੱਲ 1366 ਅੰਗ ਤੇ ਵਿਚਾਰ ਹੋਏਗੀ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।